ਆਸ ਸਾਸ ਨਾਨਕ ਆਰਾਧੇ। ਆਠ ਪਹਿਰ ਗੁਣ ਗਾਵਾਂ, ਬਦ ਬਖਤ ਹਮ ਚੋ ਬਖੀਲ ਗਾਫਲ। ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾਂ। ਤੇਰੇ ਚਾਕਰਾ ਪਾਖਾਕ। ਪਰਮ ਸਨਮਾਨਯੋਗ ਜੁਗ ਜੁਗ ਅਟਲ ਤਖਤ ਚਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਬੈਠ ਕੇ ਗੁਰੂ ਚਰਨਾਂ ਦੀ ਬਖਸ਼ਿਸ਼ ਮਾਣ ਰਹੇ ਹੋ। ਅੱਜ ਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਆਖਿਆ ਵਿੱਚੋਂ ਅੰਮ੍ਰਿਤ ਬੋਲ ਨੇ ਪਾਠ ਆਪ ਜੀ ਨੇ ਮੂਲ ਰੂਪ ਵਿੱਚ ਸਿੰਘ ਸਾਹਿਬ ਜੀ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ। ਆਓ ਇਸ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ੀ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਨੇ 3 ਉਦਾਹਰਨਾਂ ਦਿੱਤੀਆਂ ਗੁਰਬਾਣੀ ਦੀ ਵਿਚਾਰ ਦੇ ਸੰਬੰਧ ਵਿੱਚ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਕੋਈ ਬੰਦਾ ਸਮੁੰਦਰ ਦੇ ਕੰਢੇ ਜਾਂਦਾ ਹੈ ਤੇ ਉਹ ਕਿਨਾਰੇ ਤੇ ਫੇਰਾ ਪਾ ਕੇ ਵਾਪਸ ਪਰਤ ਕੇ ਜਦੋਂ ਆਉਂਦਾ ਹੈ ਤੇ ਉਹਨੂੰ ਆਏ ਨੂੰ ਪੁੱਛੋ ਵੀ ਤੂੰ ਸਮੁੰਦਰ ਦੇ ਕੰਢੇ ਗਿਆ ਕੀ ਵੇਖਿਆ, ਤੇ ਬੰਦਾ ਕਹੇਗਾ ਵੀ ਪਾਣੀ ਬੇਅੰਤ ਸੀ, ਲਹਿਰਾਂ ਵਗਦੀਆਂ ਸਨ, ਲੋਕ ਕੰਢੇ ਤੇ ਸੈਰ ਕਰ ਰਹੇ ਸਨ, ਕਈ ਤਰ੍ਹਾਂ ਦੇ ਸ਼ਬਦ ਵਰਤੇਗਾ। ਪਰ ਕਹਿਣ ਲੱਗੇ ਜਦੋਂ ਕੋਈ ਸੂਝ ਵਾਲਾ ਜਿਸ ਪੁਰਖ ਨੂੰ ਡੂੰਘੀ ਚੁੱਭੀ ਮਾਰਨ ਦੀ ਜਾਚ ਹੈ ਸਮੁੰਦਰ ਦੇ ਕੰਢੇ ਜਾਏ, ਉਹਨੇ ਸਮੁੰਦਰ ਦੇ ਪਾਣੀ ਵਿੱਚ ਡੂੰਘੀ ਚੁੱਭੀ ਮਾਰ ਕੇ ਤੇ ਸਮੁੰਦਰ ਵਿੱਚੋਂ ਕੀਮਤੀ ਪਦਾਰਥ ਕੱਢ ਕੇ ਰਤਨ ਆਦਿ ਕੱਢ ਕੇ ਪ੍ਰਗਟ ਕਰਕੇ ਲੋਕਾਂ ਨੂੰ ਵਿਖਾਇਆ। ਤੇ ਪਹਿਲਾ ਬੰਦਾ ਝਗੜਾ ਕਰਕੇ ਕਹੇ ਵੀ ਗਿਆ ਤੇ ਮੈਂ ਵੀ ਸਾਂ, ਮੈਨੂੰ ਮਿਲੇ ਕੋਈ ਨਹੀਂ, ਤੈਨੂੰ ਸਮੁੰਦਰ ਵਿੱਚੋਂ ਮੋਤੀ ਕਿਵੇਂ ਮਿਲ ਗਏ? ਤਾਂ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਭਲਿਆ ਤੂੰ ਕਿਨਾਰੇ ਤੋਂ ਮੁੜਨ ਵਾਲਾ ਹੈ, ਇਹਨੂੰ ਡੂੰਘੀ ਚੁੱਭੀ ਮਾਰਨ ਦੀ ਜਾਤ ਹੈ, ਅੰਤਰ ਹੈ ਜਾਣ ਜਾਣ ਵਿੱਚ। ਦੂਸਰਾ ਸ਼ਬਦ ਵਰਤਿਆ, ਕਹਿਣ ਲੱਗੇ ਇੱਕ ਬੰਦਾ ਜੰਗਲ ਵਿੱਚ ਜਾਏ ਤੇ ਅਣਜਾਣ ਬੰਦੇ ਲਈ ਜੰਗਲ ਉਜਾੜੇ, ਉਹ ਕਹੇਗਾ ਬੇਤਰਤੀਬੇ ਰੁੱਖ ਖਲੋਤੇ ਨੇ, ਕੰਡੇ ਨੇ, ਝਾੜੀਆਂ ਨੇ, ਉਜਾੜ ਹੈ। ਤੇ ਜਦੋਂ ਕੋਈ ਗਿਆਤ ਵਾਲਾ ਸੂਝ ਬਣ ਜਾਂਦਾ ਹੈ, ਭਾਈ ਸਾਹਿਬ ਕਹਿਣ ਲੱਗੇ ਉਹ ਜੰਗਲ ਵਿੱਚੋਂ ਚੰਦਨ, ਸੌਂਦਾ, ਕਪੂਰ ਤੇ ਆਦਿਕ ਬੇਅੰਤ ਕੀਮਤੀ ਰੁੱਖ ਤੇ ਜੜੀਆਂ ਬੂਟੀਆਂ ਲੱਭ ਕੇ ਫਿਰ ਕਈ ਰੋਗਾਂ ਦਾ ਇਲਾਜ ਵੀ ਕਰਦਾ ਹੈ। ਤੀਸਰਾ ਬਚਨ ਵਰਤਿਆ, ਕਹਿਣ ਲੱਗੇ ਇਸੇ ਤਰ੍ਹਾਂ ਕੋਈ ਬੰਦਾ ਪਹਾੜਾਂ ਤੇ ਜਾਏ, ਇੱਕ ਬੰਦੇ ਲਈ ਪਹਾੜ ਕੇਵਲ ਪੱਥਰ ਨੇ, ਅਸਮਾਨ ਨੂੰ ਛੂੰਹਦੇ ਪਏ ਨੇ, ਤੇ ਜਦੋਂ ਕਦੀ ਖਨਵਾਰਿਆਂ ਨੂੰ ਪੁੱਛ ਕੇ ਵੇਖੀ, ਜਿਹੜੇ ਪਹਾੜਾਂ ਨੂੰ ਖੋਦਦੇ ਆ, ਖਨਵਾਰੇ ਪਹਾੜਾਂ ਨੂੰ ਖੋਦਣ ਤੋਂ ਬਾਅਦ ਉਹਨਾਂ ਵਿੱਚੋਂ ਕੀਮਤੀ ਧਾਤਾਂ ਕੱਢ ਕੇ, ਕੀਮਤੀ ਪਦਾਰਥ ਕੱਢ ਕੇ ਲੁਕਾਈ ਸਾਹਮਣੇ ਪ੍ਰਗਟ ਕਰਕੇ ਆਖਦੇ ਇਹ ਪਹਾੜ ਖੋਦੇ ਤੋਂ ਪ੍ਰਾਪਤ ਹੋਇਆ। ਇੱਕ ਲਈ ਪਹਾੜ ਕੇਵਲ ਅਸਮਾਨ ਨੂੰ ਛੂੰਹਦਾ ਪਿਆ, ਇੱਕ ਪੁਰਖ ਲਈ ਪਹਾੜ ਕੇਵਲ ਪੱਥਰ ਦੀ ਨਿਆਈ ਹੈ, ਪਰ ਖਨਵਾਰਾ ਉਹਦੇ ਵਿੱਚੋਂ ਕੀਮਤੀ ਧਾਤ ਪ੍ਰਗਟ ਕਰਦਾ ਹੈ। ਤੇ 3 ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਚੌਥਾ ਬਚਨ ਕਿਹਾ, ਕਹਿ ਲੱਗੇ ਭਲਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਜੇ ਕੋਈ ਭਾਵਨਾ ਨਾਲ ਸੁਣ ਪੜ ਵਿਚਾਰ ਲਵੇ
ते इहदे विच हर अमृत खजाना पिया है। शर्त ये भी कि इस अमृत बाणी नूं गुरु की कृपा नाल इहनूं विचार के अंतर आत्मे तो खोजना पएगा। शब्द उन्हां वरते भी जान विच बड़ा अंतर है। गुरु ग्रंथ साहिब सच्चे पातशाह दी बाणी पढ़ विचार के ते इहनूं अमल कीतियां ਜਿਹੜੀ भी वस्तु दी तू दात चाहुंदा है वो तैनूं प्राप्त हो जाएगी। भाई साहब जी दा बचन हुंदा है, कहन लगे जैसे तू सकल निध पूर्ण समुंदर विखै हंस मरजीवा नेचै प्रसाद पावई। जैसे बन विखै मलियागर सौंदा कपूर सोध कै सुभासी सुबास बहसावई। जैसे पर्वत हीरा मानक पास सिद्ध खन बारा खन जग विखै प्रगटावई। तैसे गुरबाणी विखै सकल पदार्थ है जोई जोई खोजै सोई सोई निपजावई। जेड़ा जेड़ा खोजेगा उन्हें प्राप्ति होवेगी। अज दे अमृत बाणी दे इस अमृत बचन अंदर जो गुरु ग्रंथ साहिब जी दे 323 अंग ते सुशोभित है, धन गुरु अर्जुन साहिब जी कृपा बरता रहे ने। महाराज आरंभ दिया श्लोक महला पंजवा। गुरु अर्जुन साहिब सच्चे पातशाह शहीदां दे सरताज दे अमृत बोल ने। कहन लगे धंधड़े कुलाह चित न आवे हीकड़ो। इत्थे धंधड़े दा अर्थ कोझे धंधे। कोझे धंधे दा भाव माड़े कर्म करने, माड़ा धंधा करना। धंधड़े कुलाह एक शब्द हुंदा है जी लाहा। लाहा ते यह शब्द वरत्या कुलाह। लाहा उहदा आखरी अर्थ हुंदा जिस विचों कुछ खटिया जाए। कुलाह दा अर्थ जिहदे विचों कुछ खटिया ना जाए, मन की मनुख कुछ ना कुछ गवा देवे। मारे कहंदे कोझे धंधे जिहड़े ने उन्हां विच कोई लाहा नहीं हुंदा, हालांकि उत्थे घाटा पैंदा है। धंधड़े कुलाह महाराज की घाटा पैंदा है? कहन लगे चित ना आवे हेकड़ो। हेकड़ो दा इत्थे अर्थ एक परमात्मा। कहन लगे भाई माड़ा धंधा कीतियां, माड़ा कर्म कीतियां, तेनू जीवन विच घाटे पैणगे ते तेरी सुरत विच एक परमात्मा चेते नहीं आएगा, बल्कि तेरे चित्त विचों ने विसर जाना है। ताई गुरु ग्रंथ साहिब सच्चे पातशाह दी बाणी पढ़ो। गुरबाणी विच एक वचन हुंदा है, मोहे ऐसे बनज स्यों नहीन काज जिह घटै मूल नित बढ़ै ब्याज। इहदे अर्थ ने सतगुरु कहन लगे मैं इहो जिहा बनज व्यापार नहीं करना चाहुंदा जिथे मूल घट जाए ब्याज वध जाए। मूल दा अर्थ जिथे परमेश्वर दे दिते सवास रब्बी नाम तो बिना व्यर्थ चले जान ते बकारां दा ब्याज जीवन विच वध जाए। सतगुरु कहन लगे इहो जिहा धंधा इहो जिहा कर्म कदी ना करी जिथे तेरे जीवन विचों कीमती सवास परमात्मा दे नाम तो बिना व्यर्थ चले जान। गुरमुखो गुरु ग्रंथ साहिब दी बाणी पढ़ो। दुनिया विच आद काल तो लैके 4 तरह दे धंधे कह लो, काम कह लवो, कर्म कह लवो, पहला सन ते 4 ही तरह दे अज ने। गुरु नानक साहिब सच्चे पातशाह दा एक वचन आउंदा है बाणी अंदर। महाराज ने उन्हां 4 नूं समझाया, मनुखता नूं उपदेश दिता। पहला वचन वरतदे आ कि एक धंधा है, कर्म है जिमींदारा, खेती करनी। ते जिमींदार नूं महाराज कहंदे भाई जिथे तू बाहरी तौर ते खेती करदा है ना, किरत करदा है अपनी, उत्थे आ मैं तेनू नाल नाल अंदर दी खेती करन दी जाच दसां। वो शब्द वरतदे आ महाराज, कहन लगे मन हाली किरसानी करनी शर्म पानी तन खेत नाम बीज संतोख सुहागा रख गरीबी बेस। इहदे जिहड़े अर्थ ने, कहन लगे जिमींदार कोल खेत है, वो खेत विच पानी लाउंदा है, सुहागा फेरदा है, बाड़ करदा है, जां जिमींदार उहदे अंदर उद्यमी बन के हल वाहुंदा है। ये कर्म जिमींदार करदा है। सतगुरु कहन लगे ऐ जिमींदार बंदे एक तू काम कर, अपने मन नूं हाली दी तरह उद्यमी बना। मन हाली किरसानी करनी, करनी दा भाव उच्चा आचरण बना, यही तेरी किरसानी बन जाए। मन नूं उद्यमी बना, मन नूं उद्यमी बना के
ਉੱਚਾ ਆਚਰਨ ਤੇਰੀ ਕਿਰਸਾਨੀ ਬਣ ਜਾਏ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਤਨ ਖੇਤ ਦਾ ਅਰਥ ਆ ਜਿਹੜਾ ਤੇਰਾ ਸਰੀਰ ਹੈ, ਜਿਵੇਂ ਤੂੰ ਬਾਹਰੀ ਖੇਤ ਵਿੱਚ ਬੀਜ ਪਾਉਣਾ, ਖੇਤੀ ਕਰਦਾ, ਆ ਸਰੀਰ ਮੰਨ ਲਓ ਤੇਰਾ ਖੇਤ ਦੀ ਤਰ੍ਹਾਂ। ਤੇ ਨਾਲ ਬਚਨ ਵਰਤੇ, ਇਹਨੂੰ ਸ਼ਰਮ ਦਾ ਪਾਣੀ ਲਾ। ਇਹਦੇ ਅਰਥ ਵਿਦਵਾਨ ਪੁਰਖਾਂ ਦੋ ਢੰਗਾਂ ਨਾਲ ਕੀਤੇ। ਇੱਕ ਤੇ ਕਿਹਾ ਤੂੰ ਮਿਹਨਤ ਕਰ, ਤੇ ਇੱਕ ਕਿਹਾ ਤੂੰ ਬਕਾਰਾਂ ਵਾਲੇ ਪਾਸੇ ਤੋਂ ਸ਼ਰਮ ਕਰਿਆ ਕਰ। ਬਕਾਰਾਂ ਵਾਲੇ ਪਾਸੇ ਤੋਂ ਕਿਨਾਰਾ ਕਰਕੇ ਇਹਨੂੰ ਅੰਤਰ ਆਤਮੇ ਨੂੰ ਪਾਣੀ ਲਾ। ਸ਼ਬਦ ਵਰਤੇ ਤਨ ਖੇਤ ਹੈ, ਤੇ ਇਸ ਤਨ ਰੂਪੀ ਖੇਤ ਅੰਦਰ ਸ਼ਰਮ ਰੂਪੀ ਮਿਹਨਤ ਰੂਪੀ ਜਲ ਲਾ ਕੇ ਆਪਣੇ ਮਨ ਨੂੰ ਉਦਮੀ ਬਣਾ ਕੇ ਤੇ ਫਿਰ ਅਗਲਾ ਕਰਮ ਕਰ। ਤਨ ਰੂਪੀ ਖੇਤ ਅੰਦਰ ਨਾਮ ਬੀਜ, ਸੰਤੋਖ ਸੁਹਾਗਾ, ਇਹਦੇ ਅੰਦਰ ਨਾਮ ਦਾ ਬੀਜ ਪਾ। ਜਿਵੇਂ ਬਾਹਰ ਧਰਤੀ ਵਿੱਚ ਬੀਜ ਪਾਉਣਾ, ਇਸੇ ਤਰ੍ਹਾਂ ਆਪਣੇ ਅੰਤਰ ਆਤਮੇ ਨਾਮ ਦਾ ਬੀਜ ਪਾ। ਨਾਮ ਬੀਜ ਸੰਤੋਖ ਸੁਹਾਗਾ, ਫਿਰ ਸੰਤੋਖੀ ਬਿਰਤੀ ਧਾਰਨ ਕਰੀ। ਜ਼ਿਮੀਂਦਾਰ ਬੀਜ ਪਾ ਕੇ ਉੱਪਰੋਂ ਸੁਹਾਗਾ ਫੇਰਦੇ ਸਨ ਪਹਿਲਾਂ, ਕਿ ਬੀਜ ਜਾਨਵਰ ਪੰਛੀ ਟੋਕੇ ਨਾ ਲੈ ਜਾਣ। ਮਹਾਰਾਜ ਕਹਿਣ ਲੱਗੇ ਨਾਮ ਦਾ ਬੀਜ ਪਾਵੀਂ ਹਿਰਦੇ ਅੰਦਰ। ਫਿਰ ਪਰਤ ਕੇ ਮਹਾਰਾਜ ਕਹਿਣ ਲੱਗੇ ਸੰਤੋਖੀ ਬਿਰਤੀ ਵੀ ਰੱਖੀ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਤੇ ਜ਼ਿਮੀਂਦਾਰ ਨੇ ਬਾੜ ਕਰਨੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੂੰ ਨਿਮਰਤਾ ਦੀ ਬਾੜ ਆਪਣੇ ਜੀਵਨ ਵਿੱਚ ਕਰ। ਬਾਹਰੀ ਖੇਤੀ ਦੇ ਨਾਲ ਨਾਲ ਤੇਰੇ ਅੰਦਰ ਦੀ ਖੇਤੀ ਪ੍ਰਫੁੱਲਤ ਹੋਏਗੀ। ਫਿਰ ਭਾਉ ਕਰਮ ਕਰ ਜਮਸੀ, ਸੇ ਘਰ ਭਾਗਤ ਦੇਖ। ਫਿਰ ਵੇਖੀ ਤੇਰੀ ਬਾਹਰੀ ਖੇਤੀ ਦੇ ਨਾਲ ਅੰਤਰ ਆਤਮੇ ਵੀ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਜਾਏਗਾ। ਮੈਂ ਬੇਨਤੀ ਕਹਿ ਰਿਹਾ, ਜ਼ਿਮੀਂਦਾਰ ਧੰਦਾ ਕਿਰਤ ਕਰਦਾ ਹੈ, ਸਤਿਗੁਰੂ ਨੇ ਉਹਨੂੰ ਵੀ ਕਿਹਾ ਭਾਈ ਅੰਦਰ ਦੀ ਖੇਤੀ ਲਾਹੇ ਵਾਲੀ ਖੇਤੀ ਕਰ। ਦੂਸਰਾ ਜਿਹੜਾ ਧੰਦਾ ਹੈ, ਕੰਮ ਕਹਿ ਲੂ ਕਰਮ ਕਹਿ ਲਵੋ, ਉਹ ਜੀ ਦੁਕਾਨਦਾਰੀ। ਤੇ ਸਤਿਗੁਰੂ ਮਹਾਰਾਜ ਨੇ ਦੁਕਾਨਦਾਰ ਨੂੰ ਵੀ ਕਿਹਾ, ਕਹਿਣ ਲੱਗੇ ਭਾਈ ਜਿਵੇਂ ਤੇਰੇ ਕੋਲ ਆਪਣੀ ਦੁਕਾਨ ਹੈ, ਦੁਕਾਨ ਵਿੱਚ ਤੂੰ ਭਾਂਡਿਆਂ ਵਿੱਚ, ਕੱਚ ਦੇ ਭਾਂਡਿਆਂ ਵਿੱਚ ਵਸਤੂਆਂ ਪਾ ਕੇ ਰੱਖਦਾ ਹੈ ਕਿ ਆਉਣ ਵਾਲੇ ਗਾਹਕ ਨੂੰ ਪਤਾ ਲੱਗ ਜਾਏ ਇਹਦੀ ਦੁਕਾਨ ਵਿੱਚ ਆਹ ਸਾਜੋ ਸਮਾਨ ਪਿਆ। ਫਿਰ ਮਹਾਰਾਜ ਕਹਿਣ ਲੱਗੇ ਤੂੰ ਨਿਤਾ ਪ੍ਰਤੀ ਆਈ ਜਾਈ ਜਾ ਰਿਹਾ ਹੈ, ਤੇ ਇੱਕ ਕਰਮ ਕਰ ਬੰਦੇ, ਉਮਰ ਤੇਰੀ ਲੰਘਦੀ ਪਈ ਆ ਆਪਣੇ ਸਰੀਰ ਨੂੰ ਮਾਨੋ ਦੁਕਾਨ ਦੀ ਤਰ੍ਹਾਂ ਜਾਣ, ਤੇ ਸੁਰਤ ਨੂੰ ਭਾਂਡਾ ਬਣਾ ਲੈ। ਜਿਵੇਂ ਦੁਕਾਨ ਵਿੱਚ ਭਾਂਡੇ ਵਿੱਚ ਵਸਤੂਆਂ ਪਾਈਆਂ, ਤੂੰ ਸੁਰਤ ਦੇ ਭਾਂਡੇ ਵਿੱਚ ਨਾਮ ਦੀ ਵਸਤੂ ਪਾਈ। ਸੱਚ ਦਾ ਵਪਾਰ ਕਰੀ ਤੇ ਵਣਜਾਰਿਆਂ ਨਾਲ ਵਣਜ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰੀ। ਮਹਾਰਾਜ ਨੇ ਦੁਕਾਨਦਾਰ ਨੂੰ ਵੀ ਕਿਹਾ ਬਾਹਰੀ ਦੁਕਾਨ ਦੇ ਨਾਲ ਨਾਲ ਸੁਰਤ ਭਾਂਡੇ ਵਿੱਚ ਨਾਮ ਟਿਕਾ ਕੇ ਤੇ ਸੱਚ ਦਾ ਵਪਾਰ ਕਰ। ਸ਼ਬਦ ਉੱਥੇ ਵੀ ਵਰਤਿਆ, ਹਾਨ ਹਟ ਕਰ ਆਰਜਾ, ਸੱਚ ਨਾਮ ਕਰ ਬਚ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ, ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ। ਫਿਰ ਤੂੰ ਆਪਣੀ ਕਿਰਤਕਾਰ ਕਰਦਿਆਂ, ਧੰਦਾ ਕਰਦਿਆਂ, ਕੰਮ ਕਰਦਿਆਂ ਤੈਨੂੰ ਜੀਵਨ ਦਾ ਲਾਹਾ ਪ੍ਰਾਪਤ ਹੋਏਗਾ। ਫਿਰ ਮਹਾਰਾਜ ਨੇ ਇੱਕ ਤੀਜਾ ਬਚਨ ਕਿਹਾ ਜੀ, ਤੀਜਾ ਬਚਨ ਵਰਤਿਆ ਵਪਾਰ ਕਰਨ ਵਾਲੇ ਨੂੰ। ਵੇਖੋ ਚਾਰ ਹੀ ਧੰਦੇ ਨੇ। ਤੀਜਾ ਵਪਾਰੀ ਨੂੰ ਕਿਹਾ, ਐ ਵਪਾਰੀ ਬੰਦੇ, ਜਦੋਂ ਤੂੰ ਕਿਸੇ ਮੰਡੀ ਤੇ ਵਸਤੂ ਖਰੀਦਣ ਜਾਂ ਵੇਚਣ ਜਾਣਾ, ਤੂੰ ਤੁਰਨ ਲੱਗਿਆ ਆਪਣੇ ਘਰ ਵਿੱਚੋਂ ਕੁਝ ਮਾਇਆ ਕਹਿ ਲੋ, ਕੁਝ ਟਕੇ ਰਾਹ ਦੀ ਪੂੰਜੀ ਇਕੱਤਰ ਕਰਕੇ ਤੁਰਦਾ। ਜੇ ਪੂੰਜੀ ਕੋਲ ਹੋਏਗੀ ਤੇ ਮੰਡੀ ਤੇ ਜਾ ਕੇ ਕੁਝ ਖਰੀਦੇਗਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਐ ਵਪਾਰੀ ਤੂੰ ਨਾਲ ਨਾਲ ਧਾਰਮਿਕ ਗ੍ਰੰਥਾਂ ਦਾ ਪਵਿੱਤਰ ਉਪਦੇਸ਼ ਸੁਣਿਆ ਕਰ। ਤੇ ਨਾਲ ਬਚਨ ਵਰਤਿਆ, ਕਹਿਣ ਲੱਗੇ ਚੰਗੇ ਕਰਮਾਂ ਦੀ ਪੂੰਜੀ ਆਪਣੇ ਜੀਵਨ ਵਿੱਚ ਨਾਲ ਇਕੱਤਰ ਕਰ ਲੈ। ਜਦੋਂ ਚੰਗੇ ਕਰਮਾਂ ਦੀ ਪੂੰਜੀ ਕਰੇਗਾ ਇਕੱਤਰ, ਤੇ ਧਾਰਮਿਕ ਪਵਿੱਤਰ ਗ੍ਰੰਥਾਂ ਦਾ ਉਪਦੇਸ਼ ਸੁਣ ਕੇ ਕਮਾਏਗਾ, ਸੱਚ ਜਾਣੀ ਤੈਨੂੰ ਲੋਕ ਵਿੱਚ ਵੀ ਲਾਹਾ ਮਿਲਣਾ ਤੇ ਤੈਨੂੰ ਨਿਰੰਕਾਰ ਦੇ ਘਰ ਪਰਮਾਤਮਾ ਦਾ ਦਰ ਤੋਂ ਵੀ ਲਾਹਾ ਮਿਲਣਾ। ਸ਼ਬਦ ਉੱਥੇ ਵੀ ਵਰਤਿਆ, ਕਹਿਣਗੇ ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਕੱਲ, ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹੇ ਮਹਲ। ਹੁਣ ਚੌਥਾ ਮਹਾਰਾਜ ਨੇ ਬਚਨ ਵਰਤਿਆ ਜੀ, ਉਹ ਵਰਤਿਆ ਨੌਕਰੀ ਕਰਨ ਵਾਲੇ ਨੂੰ।
चार ही धंधे जिमींदारा, दुकानदार, व्यापारी ते नौकरी करन वाला। नौकरी वाले नूं आख्या भलिया जिथे तू बाहरी चाकरी करदा है उत्थे अपने मन नूं परमात्मा दे नाम नाल जोड़ के ते उस मालक दे दर दी सच्ची चाकरी भी करिया कर। शब्द वरते लाए चित कर चाकरी, मन नाम कर कम, ते अपने जीवन विचों बदियां नूं रोक, बकारां नूं रोक, बन बदियां कर धावनी, ताको आखै धन। जेड़ा बंदा बाहरी चाकरी करदियां ते गुरु की टेक लैके अपने अंतर आत्मे नूं बदियां तो, बकारां तो रोक के, काम क्रोध लोभ मोह अहंकार तो वर्ज के ते सच्चे नाम नाल अपनी सुरत जोड़ के उस सच्चे मालक दी चाकरी करदा है। सतगुरु कहन लगे नानक वेखै नदर कर चढ़ै चबगल। बन महाराज कहन लगे उन्होंने भी कई गुना परमेश्वर दे नाम दा रंग लग जाता है। मैं बेनती केवल कह रहा है, गुरु जी कह रहे ने, कहन लगे भाई धंधा वो ना कर जिहड़े कोझे धंधे ने, औगना नाल भरे ने, माड़े कर्म ने। ताई भगत फरीद साहब ने कहा सी, फरीदा जिन्नी कमी ना है गुण ते कमड़े विसार। ਇਹਦਾ मतलब जिन्ना ਕੰਮਾਂ ਵਿੱਚ ਚੰਗਾ ਗੁਣ ਕੋਈ ਨਹੀਂ, ਜਿਹਦੇ ਵਿੱਚ ਤੈਨੂੰ ਘਾਟਾ ਪੈ ਰਿਹਾ ਹੈ ਆਪ ਮਾੜੇ ਕਰਮ ਕਰਕੇ। ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ, ਤੈਨੂੰ ਸਾਈਂ ਦੇ ਦਰ ਸ਼ਰਮਿੰਦਾ ਨਾ ਹੋਣਾ ਪਏ। ਗੁਰਮੁਖੋ ਮਹਾਰਾਜ ਇੱਥੇ ਕਹਿ ਰਿਹਾ ਧੰਦੜੇ ਕੁਲਾਹ ਚਿਤ ਨਾ ਆਵੇ ਹਿਕੜੋ। ਕਹਿ ਲੱਗੇ ਕੋਝੇ ਧੰਦੇ ਕਰਨ ਦੇ ਨਾਲ ਕੁਲਾਹ ਦਾ ਅਰਥ ਲਾਹਾ ਕੋਈ ਨਹੀਂ ਹੋਣਾ, ਘਾਟਾ ਪੈਣਾ। ਚਿਤ ਨਾ ਆਵੇ ਹਿਕੜੋ ਤੇ ਤੇਰੇ ਚਿੱਤ ਵਿੱਚ ਇੱਕ ਪਰਮਾਤਮਾ ਦੀ ਯਾਦ ਵਸਣੀ ਨਹੀਂ, ਬਲਕਿ ਤੈਨੂੰ ਭੁੱਲ ਜਾਏਗਾ। ਗੁਰਮੁਖੋ ਆਪ ਦੀ ਇਤਿਹਾਸ ਵਿੱਚੋਂ ਪੜੋ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ, ਪੂਰੀ ਹੋਈ ਕਰਾਮਾਤ ਅੰਦਰ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਗੁਰੂ ਜੀ ਦੇ ਦਰਬਾਰ ਵਿੱਚ ਕੁਝ ਸਿੱਖ ਆਏ ਤੇ ਪ੍ਰਾਤਨ ਸਿੱਖਾਂ ਦੇ ਨਾਮ ਨੇ ਸਾਨੂੰ ਜ਼ਰੂਰ ਚੇਤਾ ਰੱਖਣੇ ਚਾਹੀਦੇ। ਉਹਨਾਂ ਦੇ ਨਾਮ ਨੇ, ਇੱਕ ਸਿੱਖ ਆਇਆ ਭਾਈ ਮਈਆ, ਦੂਸਰਾ ਸਿੱਖ ਭਾਈ ਜਾਪਾ, ਤੀਜਾ ਭਾਈ ਨਈਆ, ਚੌਥਾ ਭਾਈ ਤੁਲਸਾ, ਪੰਜਵਾਂ ਭਾਈ ਤਾਰੂ, ਛੇਵਾਂ ਭਾਰੂ ਤੇ ਇੱਕ ਸਿੱਖ ਹੋਰ ਭਾਈ ਪਦਾਰਥ। ਇਹ ਗੁਰੂ ਕੇ ਸਿੱਖ ਆਏ। ਮੈਂ ਧੰਦੇ ਪ੍ਰਤੀ ਬੇਨਤੀ ਕਹਿ ਰਿਹਾ, ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਆ ਕੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਕਿਰਪਾ ਕਰਕੇ ਅਸੀਂ ਦੱਸਣਾ ਕਰੋ ਸਾਡਾ ਭਲਾ ਕਿਵੇਂ ਹੋਵੇ। ਅਸੀਂ ਗ੍ਰਸਤੀ ਮਾਂ ਧੰਦਿਆਂ ਵਿੱਚ ਰੁੱਝੇ ਹਾਂ, ਕੰਮਾਂ ਵਿੱਚ ਇੰਨੇ ਉਲਝੇ ਹਾਂ, ਕਈ ਵਾਰ ਸਾਨੂੰ ਸਾਡੀ ਸੁਰਤ ਬਾਣੀ ਨਾਮ ਨਾਲ ਜੁੜਦੀ ਕੋਈ ਨਹੀਂ, ਤੇ ਕਿਰਪਾ ਕਰੋ ਸਾਡਾ ਗ੍ਰਸਤੀਆਂ ਦਾ, ਧੰਦਾ ਕਰਨ ਵਾਲਿਆਂ ਦਾ, ਕਿਰਤ ਕਰਨ ਵਾਲਿਆਂ ਦਾ ਭਲਾ ਕਿਵੇਂ ਹੋਵੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਤਿੰਨ ਬਚਨ ਕਹੇ। ਪਹਿਲਾ ਬਚਨ ਕਿਹਾ, ਕਹਿਣ ਲੱਗੇ ਭਲਿਓ ਤੁਸੀਂ ਧੰਦਾ ਕਰ ਦਿਓ, ਕਿਰਤ ਪਰਿਵਾਰ ਪਾਲ ਦਿਓ। ਇੱਕ ਗੱਲ ਆਪਣੇ ਜੇਨ ਵਿੱਚ ਰੱਖ ਲਓ ਵੀ ਆਪਣੇ ਆਪ ਨੂੰ ਕਦੀ ਰਿਜ਼ਕ ਦਾਤਾ ਨਹੀਂ ਮੰਨਣਾ। ਪਹਿਲਾ ਬਚਨ ਇਹ ਨਾ ਜਾਣਿਓ ਵੀ ਸ਼ਾਇਦ ਅਸੀਂ ਰਿਜ਼ਕ ਕਮਾਉਣੇ ਆ, ਮਿਹਨਤ ਕਰਦੇ ਆ ਤਾਂ ਚੁੱਲ੍ਹੇ ਅੱਗ ਤੇ ਪਰਿਵਾਰ ਪਲਦਾ ਹੈ, ਤਾਂ ਪ੍ਰਸ਼ਾਦ ਪਾਣੀ ਪੱਕਦਾ ਹੈ। ਸਤਿਗੁਰੂ ਕਹਿਣ ਲੱਗੇ ਆਪਣੇ ਆਪ ਨੂੰ ਰਿਜ਼ਕ ਦਾਤਾ ਨਹੀਂ ਮੰਨਣਾ, ਕਿਉਂਕਿ ਦਾਤਾਰ ਇੱਕ ਪਰਮਾਤਮਾ ਹੈ, ਉਹ ਬਹਾਨੇ ਰਾਹੀਂ ਦੇ ਰਿਹਾ ਹੈ। ਤੇ ਦੂਸਰਾ ਮਹਾਰਾਜ ਨੇ ਬਚਨ ਕਿਹਾ, ਕਹਿਣ ਲੱਗੇ ਜਿਵੇਂ ਤੁਸੀਂ ਧੰਦੇ ਨੂੰ, ਗ੍ਰਸਤੀ ਬੰਦਾ ਆਪਣੇ ਕੰਮਾਂ ਨੂੰ ਪਿਆਰ ਕਰਦਾ ਹੈ, ਉਹਨੂੰ ਹੁੰਦਾ ਵੀ ਕੰਮ ਫਟਾਫਟ ਨਿਬੇੜਦੇ ਆ, ਕਹਿਣ ਲੱਗੇ ਇਸ ਤਰ੍ਹਾਂ ਤੁਸੀਂ ਗੁਰੂ ਕੀ ਅੰਮ੍ਰਿਤ ਬਾਣੀ ਨੂੰ, ਸਤ ਸੰਗਤ ਨੂੰ, ਸੇਵਾ ਤੇ ਸਿਮਰਨ ਨੂੰ ਆਪਣਾ ਕੰਮ ਜਾਣ ਕੇ ਆਪਣੇ ਅੰਤਰ ਆਤਮੇ ਦਾ ਲਾਹਾ ਖੱਟਣ ਦੇ ਲਈ ਤੁਸੀਂ ਸੰਗਤ ਕਰਨੀ, ਨਾਮ ਜਪਣਾ, ਗੁਰਬਾਣੀ ਪੜਨ ਨੂੰ ਪ੍ਰੇਮ ਕਰਿਆ ਕਰੋ ਜਿਵੇਂ ਤੁਸੀਂ ਧੰਦੇ ਨੂੰ ਪ੍ਰੇਮ ਕਰਦੇ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲਾ ਬਚਨ ਕਿਹਾ ਸੀ, ਕਹਿਣ ਲੱਗੇ ਮਨ ਅੜੀਅਲ ਘੋੜੇ ਦੀ ਤਰ੍ਹਾਂ, ਇਹ ਸਿੱਧੇ ਰਾਹ ਛੇਤੀ ਤੁਰਦਾ ਕੋਈ ਨਹੀਂ। ਬਾਣੀ ਨੇ ਤਾਂ ਹੀ ਗੁਰਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਮਨ ਹੋੜੀਐ। ਸਤਿਗੁਰੂ ਕਹਿਣਗੇ ਚੰਗਿਆਈ ਆਲਕ ਕਰੇ, ਬੁਰਾਈ ਹੋਏ ਸ਼ੇਰ। ਸਾਹਿਬ ਕਹਿਣ ਲੱਗੇ ਮਨ
ਛੇਤੀ ਕੀਤਿਆਂ ਇਹ ਗੁਰੂ ਦੇ ਮਾਰਗ ਤੇ ਤੁਰਦਾ ਕੋਈ ਨਹੀਂ। ਤੇ ਜਦੋਂ ਆਪਣਾ ਵਸ ਨਾ ਚੱਲੇ ਤੇ ਤੁਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ। ਅਰਦਾਸ ਕਰਕੇ ਕਹੋ, ਸਤਿਗੁਰੂ ਸਾਡਾ ਮਨ ਅੰਤਰ ਆਤਮਾ ਤੇਰੀ ਅੰਮ੍ਰਿਤ ਗੁਰਬਾਣੀ ਅੰਮ੍ਰਿਤ ਵੇਲੇ ਨਾਲ ਨਾਮ ਨਾਲ ਭਗਤੀ ਬੰਦਗੀ ਨਾਲ ਜੁੜ ਸਕੇ। ਸਾਹਿਬ ਨੇ ਉਹਨਾਂ ਨੂੰ ਇੱਕ ਗੱਲ ਹੋਰ ਕਹੀ, ਗੁਰਬਾਣੀ ਪੜ੍ਹ ਵਿਚਾਰ ਕੇ ਤੇ ਇਹ ਗੱਲ ਜ਼ਰੂਰ ਖਿਆਲ ਕਰਨੀ ਹੈ ਵੀ ਕਿਆ ਗੁਰ ਕਹੈ ਕਹੇ ਹਮ ਕਹਾਂ ਸਨੇ ਸਨੇ ਮਾਨੇ ਮਨ ਮਹਾ। ਗੁਰੂ ਕੀ ਕਹਿੰਦਾ ਮੈਂ ਕੀ ਕਰਦਾ। ਜਿਹੜੇ ਬਚਨ ਗੁਰੂ ਕਹਿੰਦਾ ਉਹਨੂੰ ਸੱਤ ਬਚਨ ਕਹਿ ਕੇ ਕਮਾ ਲਓ ਤੇ ਜਿੱਥੋਂ ਗੁਰੂ ਵਰਜਦਾ ਉੱਥੋਂ ਕਿਨਾਰਾ ਕਰ ਜੋ, ਤੁਹਾਡਾ ਭਲਾ ਹੋ ਜਾਏਗਾ। ਮਹਾਰਾਜ ਨੇ ਉਹਨਾਂ ਗ੍ਰਸਤੀਆਂ ਨੂੰ ਕਿਹਾ ਤੇ ਆਪਾਂ ਸਾਰਿਆਂ ਲਈ ਸਤਿਗੁਰੂ ਦਾ ਉਪਦੇਸ਼ ਹੈ। ਤਾਂ ਹੀ ਸਤਿਗੁਰੂ ਅੱਜ ਕਹਿ ਰਹੇ ਨੇ, ਭਾਈ ਧੰਦੜੇ ਕੁਲਾ ਚਿਤ ਨ ਆਵੇ ਹਿਕੜੋ। ਕਹਿਣ ਲੱਗੇ ਉਹ ਧੰਦਾ ਜਿਹੜੇ ਕੋਝੇ ਧੰਦੇ ਨੇ, ਮਾੜੇ ਕਰਮ ਨੇ, ਜਿਹੜੇ ਔਗਣ ਨੇ, ਉਹਨਾਂ ਦਾ ਤਿਆਗ ਕਰ ਦੇ, ਕਿਉਂਕਿ ਇਹਨਾਂ ਔਗਣਾਂ ਦਾ ਲਾਹਾ ਕੋਈ ਨਹੀਂ ਤੇ ਤੇਰੇ ਚਿੱਤ ਵਿੱਚੋਂ ਪਰਮਾਤਮਾ ਨੇ ਭੁੱਲ ਜਾਣਾ। ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ, ਸਤਿਗੁਰੂ ਕਹਿੰਦੇ ਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਨ ਸੇ ਭਾਈ ਸੇ ਵੀਰ। ਮਹਾਰਾਜ ਕਹਿਣ ਲੱਗੇ ਜਿੰਨੇ ਔਗਣ ਨੇ ਨਾ ਉਹ ਇਸ ਤਰ੍ਹਾਂ ਨੇ ਮਾਨੋ ਗਲ ਵਿੱਚ ਪਈਆਂ ਫਾਈਆਂ ਜੰਜੀਰਾਂ ਦੀ ਤਰ੍ਹਾਂ ਨੇ। ਤੇ ਸਾਹਿਬ ਕਹਿਣ ਲੱਗੇ ਜਿਹੜੇ ਗੁਣ ਨੇ, ਸਤ ਸੰਤੋਖ ਦਇਆ ਧਰਮ ਖਿਮਾ, ਇਹ ਜਿਹੜੇ ਚੰਗੇ ਗੁਣ ਨੇ ਇਹ ਸਤਿਗੁਰੂ ਕਹਿਣ ਲੱਗੇ ਭਰਾਵਾਂ ਦੀ ਤਰ੍ਹਾਂ ਨੇ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਨਾ ਕਾ ਹੋਵੇ ਵਾਸਨਾ ਕੱਢ ਵਾਸ ਲੀਜੈ, ਜੇ ਗੁਣ ਹੋਵਣ ਸਾਧਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਨੇ ਕੀਰੀ ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪ ਨੜਾਪਿੜ ਮਲੀਐ। ਮਹਾਰਾਜ ਕਹਿਣ ਲੱਗੇ ਸਿੱਖਾ ਤੂੰ ਆਪਣੇ ਜੀਵਨ ਅੰਦਰ ਗੁਨਾਹ ਦੀ ਸਾਂਝ ਕਰੀ, ਔਗੁਣਾਂ ਦਾ ਤਿਆਗ ਕਰੀ। ਗੁਣ ਮਾਨੋ ਕੀਮਤੀ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ, ਜਿਹੜਾ ਬੰਦਾ ਗੁਨਾਹ ਨਾਲ ਸਾਂਝ ਕਰਦਾ ਉਹ ਆਪਣੇ ਜੀਵਨ ਵਿੱਚੋਂ ਪਵਿੱਤਰ ਹੋ ਜਾਂਦਾ। ਸਤਿਗੁਰੂ ਨੇ ਇੱਥੇ ਬਚਨ ਵਰਤਿਆ, ਕੋਝੇ ਧੰਦੇ ਤਿਆਗ ਦਿਓ ਤੇ ਪਰਮੇਸ਼ਵਰ ਦੇ ਨਾਮ ਦਾ ਪੱਲਾ ਪਕੜਨਾ। ਤੇ ਅਗਲਾ ਬਚਨ ਇੱਕ ਨਾਲ ਕਿਹਾ, ਨਾਨਕ ਸੇਈ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਸਾਈਂ ਪਰਮਾਤਮਾ ਭੁੱਲ ਗਿਆ ਉਹਨਾਂ ਦਾ ਤਨ ਫੁੱਟ ਗਿਆ, ਭਾਵ ਉਹ ਵਿਕਾਰਾਂ ਵਿੱਚ ਖਚਤ ਹੋ ਗਏ, ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਚਲੇ ਗਏ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾਇਆ। ਆਪਾਂ ਇੱਕ ਬਚਨ ਬਹੁਤ ਵਾਰੀ ਪੜ੍ਹਦੇ ਹਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾ ਕਉ ਓਟ ਤੁਹਾਰੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪਰਮੇਸ਼ਵਰ ਦੇ ਨਾਮ ਨੂੰ ਭੁੱਲ ਕੇ ਪੱਲੇ ਖੱਜਲ ਖੁਆਰੀ ਪਏਗੀ ਤੇ ਉਸ ਪੁਰਖ ਨੂੰ ਕਦੀ ਧੋਖਾ ਨਹੀਂ ਵਿਆਪਦਾ ਜਿਹੜਾ ਤੇਰੀ ਓਟ ਲੈ ਕੇ ਤੁਰਦਾ ਹੈ। ਪਰ ਅਗਲੇ ਬਚਨ ਵਰਤੇ, ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਬਿਨਾਂ ਪਰਮੇਸ਼ਵਰ ਦੇ ਨਾਮ ਤੋਂ ਜਿਹੜਾ ਜੀਵਨ ਲੰਘਦਾ ਪਿਆ ਉਹ ਇਸ ਤਰ੍ਹਾਂ ਮਾਨੋ ਮਹਾਰਾਜ ਕਹਿਣ ਲੱਗੇ ਜਿਵੇਂ ਸੱਪ ਦੀ ਜੂਨ ਭੋਗਦਾ ਪਿਆ। ਸਿਆਣੇ ਗੁਰਮੁਖ ਕਹਿੰਦੇ ਆ ਸੱਪ ਜ਼ਹਿਰ ਨਾਲ ਭਰ ਜਾਏ, ਕਹਿੰਦੇ ਉਹ ਪੱਥਰਾਂ ਨੂੰ ਵੀ ਡੰਗ ਮਾਰਦਾ ਹੈ। ਮੈਨੂੰ ਖਿਮਾ ਕਰਿਓ, ਬੰਦਾ ਵਿਕਾਰਾਂ ਨਾਲ ਭਰ ਜਾਏ ਤੇ ਬੰਦਾ ਅੱਜ ਬੰਦੇ ਨੂੰ ਡੰਗ ਮਾਰਦਾ ਪਿਆ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾਂ ਜੀਵਨ ਸੱਪ ਦੀ ਨਿਆਈ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਅੱਗੇ ਬਚਨ ਵਰਤਿਆ, ਨਵ ਖੰਡਨ ਕੋ ਰਾਜ ਕਮਾਵੇ, ਜੇ ਕਿਤੇ ਪੂਰੀ ਕਾਇਨਾਤ ਸ੍ਰਿਸ਼ਟੀ ਦਾ ਰਾਜ ਭਾਗ ਵੀ ਤੂੰ ਕਾਇਮ ਕਰ ਲਵੇਂ, ਪਰ ਨਾਮ ਤੋਂ ਬਿਨਾ ਅੰਤ ਚੱਲੇ ਗੋ ਹਾਰੀ। ਅੰਤ ਤੂੰ ਨਾਮ ਤੋਂ ਬਿਨਾ ਜੀਵਨ ਦੀ ਬਾਜੀ ਹਾਰ ਕੇ ਜਾਏਗਾ। ਇੱਥੇ ਬਚਨ ਵਰਤਿਆ, ਕਹਿਣ ਲੱਗੇ ਭਲਿਆ ਨਾਨਕ ਸੇਈ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ। ਉਹਨਾਂ ਦਾ ਤਨ ਫੁੱਟ ਜਾਂਦਾ ਹੈ, ਵਿਕਾਰਾਂ ਵਿੱਚ ਵਿਅਰਥ ਚਲਿਆ ਜਾਂਦਾ ਹੈ ਜਿਨ੍ਹਾਂ ਨੂੰ ਨਾਮ ਭੁੱਲ ਜਾਏ। ਵੇਖੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਆਪ ਜੀ ਨੂੰ ਪਤਾ ਹੈ 4 ਉਦਾਸੀਆਂ ਕੀਤੀਆਂ। ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤਿਆ, ਕਹਿਣ ਲੱਗੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਤੇ ਅਗਲੇ ਜਿਹੜੇ ਬਚਨ ਵਰਤੇ, ਬਾਬਾ ਪੈਂਦਾ ਸੱਚਖੰਡ, 9 ਨਿਧ ਨਾਮ ਗਰੀਬੀ ਭਾਈ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ।
बाजो गुरु गवार है कर दी सुनी लुकाई। बाबे भेख बनाया उदासी की रीत चलाई, चढ़िया सोधन धरत लुकाई। गुरु नानक साहब महाराज इस धरत लुकाई नूं सोधन दे लई नौ निध खजाना, नाम दी दात ते निमरता दी दात लैके तुरे ते चार उदासियां करके मनुखता नूं रब्बी उपदेश वंडिया। भरम दे विच पए लोकी रब्बी नाम तो टुट के विषयां दी जिंदगी जिउण वालियां नूं नाम दे रस्ते तोरिया। जिन्ना नाम भुलाया पहली उदासी नूं तुरे ते महाराज दीपालपुर गए सन। लाहौर दे इलाके विच मिंट गुमरी जिला पैंदा है ते जदों दीपालपुर गए ते नुरंगे नाम दा एक कोड़ी मिलिया सी। मैं संखेप कहा, कोड़ दे रोग नाल कुरला रिहा है। सतगुरु ने उन बचन आख्या सी, कहन लगे भलिया अज तेरा शरीर रोगी हो गया है, पिंड दियां ने तेनू नगर तो बाहर कढ़ दिता है, गल विच झूठा बन दिता है, दूरों प्रसादा वगा के मार दिया। ये दस जदों शरीर तंदुरुस्त सी कदी रब दा शुक्र कीता है? उन्हें भुल बख्शा के क्या महाराज नहीं मेरा भला करो मैनू बख्शो। गुरु नानक साहब महाराज ने उत्थे एक बचन उचारिया। महाराज ने क्या कह लगे, जदों नाम भुलदा जियो तपत है बारो बार, तप तप खपे बहुत बेकार, जय तन बाणी विसर जाए। जो इत्थे क्या नानक सेई तन फटान, जय तन बाणी विसर जाए, जो पक्का रोगी बिल लाए। मारे कहन लगे जिन्हां दी सुरत विचों नाम भुलदा है उन्हां दी जिंद तपदी है बार बार, ते ओह पक्के रोगी दी तरह, पक्के तो भाव जिवें कोड़ दा रोगी करलाउंदा है अपने जीवन विच करलाउंदे ने। जैतन बाणी विसर जाए, जो पक्का रोगी बिल लाए। फिर अगे महाराज ने क्या कहन लगे, बंदे कदी शुक्र नहीं करदा, जिन कन कीते अखी नाक, जिन जिहबा दिती बोले तात। जिस मालक ने सुनन लई कन दिते, देखन लई कीमती रतन आ अखां दितियां। मारे कहन लगे जिन कन कीते अखी नाक, सुनन वास्ते कन दिते, देखन वास्ते अखां दितियां। सुगंध दुर्गंध दा पता लग जाए तेनू नासका दिती। जिन जिहबा दिती बोले तात, तात दा अर्थ हुंदे बड़ी काहली नाल बोलदी आ। जिस मालक ने जुबान दिती रसना बोलण दे लई, ते महाराज ने अगले बचन कहे कदी शुक्र नहीं करदा। जिन मन राखिया अग्नि पाए, बाजै पवन आखै सब जाए। जिस मालक ने तेरे शरीर अंदर अगन टिका के अंतर आत्मा टिकाया ते श्वासां दी लड़ी चला दी। जिन मन राखिया अग्नि पाए, बाजै पवन आखै सब जाए। ते गुरु जी ने कहा भी करना ते भगती बंदगी इबादत सी, पर बंदे रब तो कीमती दात मनुखा जन्म लैके ते तू कर की रहा है। मारे कहन लगे जेता मोह प्रीत स्वाद, सब्बा कालख दागा दाग, दाग दोष मोह चलिया लाए, डर गए वैसन ना ही जाए। सतगुरु कहन लगे मनुखा जन्म लैके करनी ते भगती इबादत बंदगी सी, चंगे कर्म करने सी, पर वो कीते कोई नहीं। अपने विषय बकारां दी जिंदगी विच पै के शरीर ते दाग लाए बकारां दे, ते बकारां दी दाग दी बदौलत फिर तेनू रब्बी दर थां नहीं मिलदी। दाग दोष मोह चलिया लाए, डर गए वैसन नाही जाए। अगे क्या कर्म मिलै आखन तेरा नाओ, जित लग तरना होर नहीं थाओ। हे भाई जे तू अपना भला चाहना है कि मेरा भला होवे, ते फिर गुरु की बख्शिश लै। गुरु की बख्शिश विचों नाम दी दात मिलेगी, चंगे कर्मां ते गुनां दी सिक्ख्या मिलेगी, जिहदी बदौलत तेरा भला होवेगा। इत्थे दीपालपुर दी धरती ते नरंगे कोड़ी दा कईयां इतिहास विच नूरा भी लिखिया है। सतगुरु गुरु नानक साहब महाराज ने उन्होंने तन की अरोगता भी बख्शी, ते कृपा करके उन्होंने मन अंतर आत्मे की अरोगता भी बख्शी। तन मन दे रोग तो मुक्त करके उन्होंने नाम की दात दी। इत्थे शब्द वरते नानक सेई तन फुटन, जिन्ना साई विसरै उन्हां दा तन फुट जांदा है, बकारां विच खचत हो जांदा है, जिन्हां नूं परमात्मा दा नाम भुल जाए। हुण अगले बचन ने महला पंजवा ते अगे कहन लगे सतगुरु गुरु अर्जुन साहब महाराज कहन लगे प्रे तोहो की तोण देवता तिन करनै हारे।
सतगुरु कहन लगे जे कोई गुरु का पल्ला पकड़े ते गुरु मानो प्रेत तो भाव माड़े कर्मां तो माड़े कर्म करन वालियां तो सतगुरु देवता बना देंदे। आपां बाणी विच पढ़दे हां, बलिहारी गुर अपने द्योहाड़ी सदवार जिन मानस ते देवते किए करत ना लागी बार। वेखो भट्ट सहबाना ने बाणी विच एक वचन वरतिया, जे कोई गुरु दा पल्ला पकड़े, गुरु किन्नी को बख्शिश वरताउंदे आ, शब्द वरतदे आ, कच्चो कंचन भयो शब्द गुर सरवनै सुनियो। गुरु कच तो कंचन दी तरह, एक कच है ओदी कदर इन्नी नहीं ते गुरु कंचन मानो कीमती सोने दी तरह बना दिंदा है। कच्चो कंचन भयो शब्द गुर सरवनै सुनियो, पर बनाउंदा उदों है जदों कोई गुरु दे शब्द नूं सुनदा है। फिर कहन लगे विख ते अमृत होयो नाम सतगुर मुख भणियो। गुरु मानो जहर नूं अमृत बना दिंदा है जदों कोई गुरु के दिते हुए नाम नूं अपनी सुरत विच धारण करदा है। विख ते अमृत होयो नाम सतगुर मुख भणियो, लोयो होयो लाल नदर सतगुर जद धारै। गुरु मानो एक लोहे नूं कीमती लाल बना दिंदा है जदों अपनी गुरु नदर अपनी मेहर दृष्टि करदा है। लोयो होयो लाल नदर सतगुर जद धारै, पाहन मानक करै ज्ञान गुर कयो विचारै। गुरु पत्थर नूं मानो कीमती मोती बना दिंदा है जदों कोई गुरु के उपदेश नूं कमा लैंदा है। पाहन मानक करै ज्ञान गुर कयो विचारै, काठों श्री खंड सतगुर कियो दुख दरिद्र तिन के गए। गुरु एक आम लकड़ नूं मानो कीमती चंदन वर्गी लकड़ बनाउंदा है। महाराज कहन लगे काठों श्री खंड सतगुर कियो दुख दरिद्र तिन के गए। सतगुर चरण जिन परसिया से पास प्रेत सुर नर भये। जिन्हां ने गुरु चरणां दी टेक लई ते भट्ट सहबान कहन लगे ओ पशु बिरती तो मंद बिरती तो प्रेत बिरती तो गुरु ने कृपा करके उन्हां नूं मानो देवते बना दिता है। इत्थे शब्द वरतिया, कहन लगे प्रेते प्रेतों की तोण देवता तिन करनै हारे। कहन लगे उस करतार वाहिगुरु परमात्मा ने प्रेत बिरती मंद बिरती माड़ी बिरती नूं देवता बिरती बना दिती। फिर मैं बेनती करा कि गुरु नानक साहब महाराज उदासियां नूं तुरे, सज्जन ठग वर्गियां नूं तलंबे दी धरती ते उपदेश दे के सज्जन पुरख बनाया। आंध्रा प्रदेश विच कजली नाम दा जंगल पैंदा है ते कौडे राक्षस नूं महाराज ने भला पुरख बना दिता। बंगला बंगाल दे इलाके विच धनपुर एक जगह पैंदी आ, नूर उनसा नाम दी उस जादूगरनी नूं जिहड़ी जादू राहीं परमा के ते मनुखता तो अपनी पूजा करवाउंदी सी, भै लोकां नूं डर विच रखदी सी। महाराज ने किरत करन वास्ते लाया ते उस सतगुरु गुरु नानक साहब ने नाम नाल जोड़िया। मैं बेनती कह रहा सतगुरु जदों किरपा करदे आ ते उदों देवता बिरती पैदा कर दिंदे आ। गुरमुख विद्वान ज्ञानी तरलोचन सिंह भमदी एक पुस्तक अंदर लिख दिया, दासतन सिख सल्तनत अंदर माधो दास बैरागी सतगुरु गुरु कलगीधर जी दी बख्शिश लैके पहला मिर्गी नूं तीर मारिया, ओदा पेट चाक होया ते निक्के बच्चे तड़पदे देख के हाथ विचों शास्त्र छड़ दिते, पर हत्थां विचों छड्डे, बिरती नहीं त्यागी। गुरमुखो जदों उसे माधो दास बैरागी बन गया ते उदों आए गए नूं पलंग ते बिठाउंदा है, फिर पलंग उल्टा के ते परत के ठहाके ला के इस तरह हसदा जिवें शिकारी किसी नूं मौत दे घाट उतार के हसदा। पर गुरु कलगीधर महाराज गए, जदों गुरु कलगीधर महाराज ने अपनी सबली मेहर दी नजर मारी ते एक बचन किया सी, कहन लगे माधो दास मनुखा जन्म मिलिया बंदियां वाले कर्म कर। ते पुछया महाराज मैं बंदा तेरा पर बंदियां वाले कर्म की? ते दसम पातशाह ने कहा सी, कहन लगे बंदियां वाले कर्म पुछने आ ते आनंदपुर साहिब दी धरती नूं पुछ। बंदियां वाले कर्म पुछने आ, मनुखा वाले चंगे कर्म पुछने आ, कदी चमकौर दी गढ़ी नूं पुछी। जे बंदियां वाले कर्म पुछने आ ते कदी सरहंद दीयां नीआं नूं पुछी। जदों सारा इतिहास सुनिया, गुरु तो अमृत दी दात लैके
बाबा बंदा सिंह बहादुर बनिया। ते गुरमुखों मैं बेनती करा, गुरु कलगीधर जी तो 5 तीर बख्शिश रूपी लैके 5 सिख लैके ते उन्हां पाप कर्म करन वालियां नूं सोधा लाया। ते जिस दिन गिरफ्तारी भी हुई ते याद रखो फिर भाणा भी इहो जिहा मन्निया कि प्रक्षिर वर्गे जालमां ने सामने भावें पुੱਤ दा कलेजा कढ के मुंह विच पाया ते तां भी गुरु का हुक्म मन के ते भाणा मन के शहादत प्राप्त कर ली, पर अपने सिदक तो डोलिया नहीं। इनू महाराज ने बाणी विच कहा, कह लगे जदों कोई गुरु की टेक लैंदा है, कृपा लैंदा है, फिर प्रेतों की तोन देवता तिन करना हारे। गुरु मानो प्रेत नू देवते की तरह भाव चंगे गुण भर दिंदा है। ते अगले बचन ने सभे सिख उबारियन प्रभ काज सवारे। गुरु अपने गुरसिखा नू उबार लैंदा है, उबारन दा भाव बचा लैंदा है, अपनी बख्शिश बरता दिंदा है। आपां नित बचन पढ़दे हां, सतगुर सिख की करै प्रतिपाल, सेवक को गुर सदा दयाल। सिख की गुर दुरमत मल हिरै, गुर बचनी हर नाम उचरै। सतगुर सिख के बंधन काटै, गुर का सिख बेकार ते हटै। सतगुर सिख को नाम धन दे, गुर का सिख वडभागी है। सतगुर सिख का हलत पलत सवारै, नानक सतगुर सिख को जी नाल समारै। ਇਹਦਾ मतलब गुरु अपने सिख नूं उबार लैंदा है, इनू महाराज प्रतिपालना करदे आ, नाम दी दात दिंदे आ, बकारां तो बचाउंदे आ। बचन वरत्या सभे सिख उभारियन प्रभ काज सवारे, निंदक पकड़ पछाड़ियन झूठे दरबारे। ते फिर गुरु अर्जन साहब कहन लगे, भाई जेड़े निंदक ने, जेड़े झूठे ने, मंद कर्मां तो अपनी बिरती नूं हटाया ना, सच जानो वो गुरु दे परमात्मा दे दर शोभा नहीं पाउंदे, बल्कि ओदे दरबार विचों मानो दुरकारे जांदे आ। ओदे दर शोभा नहीं पाउंदे। निंदक पकड़ पछाड़ियन, मानो गुरु उन्हां नूं पकड़ के पटका के मारदा है। निंदक पकड़ पछाड़ियन झूठे दरबारे। पर अगला बचन क्या, नानक का प्रभ वड्डा है, आप साज सवारे। गुरु अर्जन साहब कहन लगे, साडा परमात्मा मनुखता दा गुरु परमात्मा बड़ा वड्डा है। ते जदों कोई उस मालक दा पल्ला पकड़दा है ते वो ज्ञात आउंदी है कि आप साज सवारे। उस मालक ने आप ही सृष्टि नूं साजिया है ते उस मालक ने इस सृष्टि नूं सवारिया भी है। ये सारी कृपा उस मालक परमात्मा दी बनाई है। बाणी विच बचन पढ़दे, एक अनेक व्यापक पूरक जत देखो तत सोई। महाराज कहन लगे, जिस पासे भी वेखो वो एक परमात्मा वरतदा पिया है। ते वरतदा किवें पिया है? कहन लगे जिवें माला एक होवे, ओदे बेअंत मणके ने, ते एक माला विच बेअंत मणके परोए जांदे है। इसे तरह परमात्मा ने इस सृष्टि नूं साज के ते मानो अपने हुक्म दे विच परो के रखिया होया। एक मन सत एक सूत, जैसे एक मणके अंदर मणके बहुते ने, माला एक है। माला विच जिवें मणके परोए ने, इवें मालक ने उस सृष्टि नूं अपने हुक्म दे विच परो के रखिया होया। सूत एक मन सत सहंस, जैसे ओत पोत प्रभ सोई। उस मालक ने इवें परोया। इत्थे बचन वरत्या, कह लगे नानक का प्रभ वड्डा है, आप साज सवारे। उस मालक ने सृष्टि नूं साजिया, उस मालक ने इस सृष्टि नूं सवारिया भी है। फिर बचन वरते पौड़ी। ये पौड़ी भी गुरु अर्जन साहब सच्चे पातशाह दी है। मारे कह लगे, प्रभ बेअंत किछ अंत नाहे, सब तिसै करने। कह लगे वो परमात्मा बेअंत है, ओदा अंत नहीं पाया जा सकता, ते सब कुछ वो मालक करन दे समर्थ है। अगम अगोचर साहिब जियां का परना। ते नाल बचन वरत्या, अगम अगम दा अर्थ पहुंच तो परे है, अगोचर दा अर्थ साडे इंद्रियां दी पहुंच तो परे है। अगम अगोचर साहिब जियां का परना, ते सारे जीव ने जेड़े उस परमात्मा वाहिगुरु दी टेक लैंदे आ। इत्थे बचन वरत्या,
उस मालक दा अंत नहीं पाया जा सकता। आपां तां ही बाणी विच पढ़दे हां, कौन तराजी कवन तुला तेरा कवन शराप बुलावा, कौन गुरु कै पह दीखिया लेवा, कै पह मुल करावा। मेरे लाल जियो तेरा अंत ना जाना, तू जल थल महीयल भरपुर लीना, तू आपे सर्ब समाना। ताई सतगुरु ने बाणी विच कहा, कहन लगे जे कोई लखा मन कागज लए, नानक कागज लख मना, पढ़ पढ़ कीचै भाओ। ते दिन रात लखा मन कागज ते परमात्मा दी सिफत लिख के पढ़दा विचारदा रहे, मस्सू टोट ना आवई, लेखन पाउण चलाओ। कह लगे स्याही दी टोट ना आवे, हवा नू बना के कलम, ते दिन रात लखा मन कागज लैके परमात्मा दी सिफत तो सलाह कोई लिखदा रहे, पर कह लगे तां भी भी तेरी कीमत ना पवै। उस मालक दी एक तिल मात्र भी, नानक कागज लख मना, पढ़ पढ़ कीचै भाओ, मस्सू टोट ना आवी, लेखन पाउण चलाओ। ते उस मालक दी तां भी एक तिल मात्र भी कोई कीमत नहीं पा सकता। सतगुरु ने इत्थे बचन वरते, अगम अगोचर साहिबो जियां का परना। ये वो मालक अगम है, पहुंच तो परे है इंद्रियां दी, ते उस जियां दा आसरा है। सारे जीव उस दी टेक लेंदे आ। फिर कहन लगे हस्त दे प्रतिपाल दा, भरन पोखन करना। अपना हाथ दे के जीवां दी प्रतिपालना करदा है, भरन पोखन करना, ते ओ आप ही जीवां नू रिजक दे के पालदा पिया। ताई अमृत बाणी ने क्या, जगत भिखारी फिरत है, सबको दाता राम। सारियां दा दातार मालक के, कहो नानक मन सिमरते पूर्ण होवे काम। गुरबाणी विच एक बचन आउंदा है, साहब कहन लगे ऐ बंदे तू परमात्मा दा सिमरन क्यों नहीं करदा। उस मालक दी टेक लै, ते ओदी किरपा तो बिना भावें जिन्ने मर्जी खंड ब्रह्मांड तू ताल में। ये गल याद रखी, होना ओ जो करना वाहिगुरु परमात्मा ने। दातार एक है, ते तीन उदाहरणा दित्तियां। पहला बचन क्या, कहन लगे वेख परमात्मा दाता कैसा है, वो मां दे उदर विच भी बच्चे नू रिजक दे के पालदा पिया। दूजा बचन वरतिया, कहन लगे कदी कच्छू कमी नू वेखी, अपने अंडे पानी विचों बाहर आके रेतले थां दिंदी आ, खुद पानी विच चली जांदी आ। पानी विच बैठ के ध्यान नाल अंडियां नू फोड़दी आ, ते कदी ओ अपने बच्चियां नू लैण नहीं आउंदी, पानी विच बैठी अपने बच्चियां नू कोल बुला लैंदी है। ते महाराज कहन लगे परमात्मा ने कच्छू कमी नू ते दुध दी दात भी नहीं दिती, पर फिर भी ओदे बच्चियां नू पालदा पिया। तीजा बचन वरतिया, उस मालक ने पत्थरां विच कीट पैदा कीते, ते कीट पैदा करके जिथों दी अनाज ते गल दूर दी, उथों दी ते हवा भी क्रॉस नहीं करदी। परमात्मा ते पत्थरां विच भी कीटां नू जीवां नू रिजक दे के पालदा पिया। सब नू पालन वाला वो है। शब्द वरत्या, रे चित चेतस की ना दयाल दमोदर, विवे न जानस कोई, जे धावे ब्रह्मांड खंड को करता करे सुहुई। जननी केरे उदर उदक में पिंड किया 10 द्वारा, दे आहार अग्न में रख है ऐसा खसम हमारा। कुम्मी जल माहे तन तिस बाहर, पंख खीर तिन नाही, पूर्ण परमानंद मनोहर समझ देख मन माही। ते अखीर ते क्या पाखन कीट गुप्त होए रहता, ता चो मार्ग नाही, कह तन्ना पूर्ण ताहू को मातरे जी डराही। इत्थे शब्द वरते महाराज ने, कहन लगे हस्त दे प्रतिपाल दा, भरन पोखन करना। हाथ दे के ओ वाहिगुरु परमात्मा सब जीवां दी प्रतिपालना करदा है, ते ओही सब नू मानो रिजक दिंदा पिया। अखीर ते फिर जाके बचन वरतिया, कहन लगे भलिया मेहरबान बख्शिंद आप, जप सच्चे तरना। तू उस मेहरबान ते बख्शंद बिरती दे सुभाअ दा मालक है, जेड़ा उस मालक दी टेक लै, उस मालक दे नाम नू जप, जप सच्चे तरना। ओदे नाम नू जप के तू भवजल नू पार कर जाएगा। ते अखीर ते क्या जी, जो तुद भावै सो भला, नानक दास शरणा। कहन लगे ये अरदास करके क्या सतगुरु
ਜੋ ਤੁਹਾਨੂੰ ਭਾਉਂਦਾ ਹੈ ਉਹ ਬਹੁ ਭਲਾ ਹੈ। ਮੈਂ ਤੇ ਕੇਵਲ ਤੇਰੀ ਚਰਨ ਸ਼ਰਨ ਵਿੱਚ ਆਇਆ। ਜੋ ਤੁਸੀਂ ਕਰ ਰਹੇ ਹੋ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਬੇਨਤੀ ਕਰਕੇ ਕਹਿ, ਜੋ ਆਪ ਜੀ ਹੁਕਮ ਭਾਣਾ ਵਰਤਾਉਂਦੇ ਪਏ ਹੋ ਉਹ ਬਹੁ ਭਲਾ ਹੈ। ਸਹਿਬ ਰਹਿਮਤ ਕਰੇ। ਅੱਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਲੜੀਵਾਰ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਸੀ। ਆਪ ਸਮੁੱਚੀ ਸੰਗਤ ਦਾ ਧੰਨਵਾਦ। ਪਿਆਰ ਨਾਲ ਬੈਠ ਕੇ ਵਿਚਾਰਾਂ ਸੁਣੀਏ। ਸਿੰਘ ਸਾਹਿਬਾਨ ਬੈਠੇ ਨੇ, ਧੰਨਵਾਦ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰਕੇ ਬਖਸ਼ ਦੇਣਾ ਜੀ। ਰਲ ਮਿਲ ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।